ਚੰਨੀ ਸਾਹਿਬ ਨੇ ਕਿਹਾ ਹੈ ਕਿ ਅੱਜ ਤੋਂ ਬਾਅਦ ਮੈਂ ਆਪਣੀ ਜਾਂ ਆਪਣੀ ਘਰਵਾਲੀ ਦੇ ਨਾਂ ਤੇ ਕੋਈ ਪ੍ਰਾਪਰਟੀ ਨਹੀਂ ਖਰੀਦਾਂਗਾ ਅਤੇ ਨਾ ਹੀ ਕੋਈ ਬਿਜ਼ਨਸ ਸ਼ੁਰੂ ਕਰਾਂਗਾ। ਕਿ ਅੱਜ ਵੀ ਜੋ ਵਪਾਰ ਧੰਦੇ ਗੈਰ ਕਾਨੂੰਨੀ ਕੰਮ ਤੁਸੀਂ ਕਰ ਰਹੇ ਹੋ ਉਹ ਤਾਂ ਸਾਰੇ ਤੁਹਾਡਾ ਭਤੀਜਾ ਚਲਾਉਂਦਾ ਹੈ। ਤੁਹਾਡੇ ਘਰ ਦੇ ਅਲੱਗ-ਅਲੱਗ ਲੋਕ ਚਲਾਉਂਦੇ ਨੇ। ਇਹ ਕੋਈ ਇਮਾਨਦਾਰੀ ਦਾ ਸਬੂਤ ਹੈ ਚੰਨੀ ਸਾਹਿਬ? ਜਿਹਨੂੰ ਇੱਕ ਮੰਤਰੀ ਜਿੰਨੀ ਸੁਵਿਧਾ ਦਿੱਤੀ ਹੋਈ ਹੈ ਸਿਰਫ ਇਸ ਲਈ ਕਿਉਂਕਿ ਉਹ ਤੁਹਾਡੇ ਸਾਲੀ ਦਾ ਮੁੰਡਾ ਹੈ। ਤੁਸੀਂ 111 ਦਿਨ ਸੀਐਮ ਰਹੇ ਤੇ ਜੇ 111 ਦਿਨ ਵਿੱਚ ਤੁਹਾਡੇ ਇੱਕ ਭਤੀਜੇ ਨੇ ਇੱਕ ਸਾਲੀ ਦੇ ਮੁੰਡੇ ਨੇ ਇੰਨੀ ਦੌਲਤ ਕਮਾ ਲਈ ਤੇ ਬਾਕੀ ਕਰਦੇ ਅਲੱਗ-ਅਲੱਗ ਬੰਦਿਆਂ ਨੇ ਕਿੰਨੀ ਦੌਲਤ ਕਮਾਈ ਹੋਣੀ। ਚੰਨੀ ਸਾਹਿਬ ਨੇ ਇੱਕ ਬੜੀ ਦਿਲਚਸਪ ਗੱਲ ਕੀਤੀ ਹੈ। ਚੰਨੀ ਸਾਹਿਬ ਨੇ ਕਿਹਾ ਹੈ ਕਿ ਅੱਜ ਤੋਂ ਬਾਅਦ ਮੈਂ ਆਪਣੀ ਜਾਂ ਆਪਣੀ ਘਰਵਾਲੀ ਦੇ ਨਾਂ ਤੇ ਕੋਈ ਪ੍ਰਾਪਰਟੀ ਨਹੀਂ ਖਰੀਦਾਂਗਾ ਅਤੇ ਨਾ ਹੀ ਕੋਈ ਬਿਜ਼ਨਸ ਸ਼ੁਰੂ ਕਰਾਂਗਾ। ਮੈਂ ਪੁੱਛਣਾ ਚਾਹੁੰਦਾ ਚੰਨੀ ਸਾਹਿਬ ਨੂੰ ਕਿ ਅੱਜ ਵੀ ਜੋ ਵਪਾਰ ਧੰਦੇ ਗੈਰ ਕਾਨੂੰਨੀ ਕੰਮ ਤੁਸੀਂ ਕਰ ਰਹੇ ਹੋ ਉਹ ਤਾਂ ਸਾਰੇ ਤੁਹਾਡਾ ਭਤੀਜਾ ਚਲਾਉਂਦਾ ਹੈ। ਤੁਹਾਡੇ ਘਰ ਦੇ ਅਲੱਗ-ਅਲੱਗ ਲੋਕ ਚਲਾਉਂਦੇ ਨੇ। ਤਾਂ ਇਹ ਕਿੱਥੋਂ ਦੀ ਇਮਾਨਦਾਰੀ ਦਾ ਸਬੂਤ ਬਣ ਗਿਆ ਕਿ ਮੈਂ ਆਪਣੀ ਘਰਵਾਲੀ ਦੇ ਨਾਂ ਤੇ ਕੋਈ ਪ੍ਰਾਪਰਟੀ ਨਹੀਂ ਖਰੀਦਾਂਗਾ, ਕੋਈ ਬਿਜ਼ਨਸ ਨਹੀਂ ਕਰਾਂਗਾ? ਇਹ ਕੋਈ ਇਮਾਨਦਾਰੀ ਦਾ ਸਬੂਤ ਹੈ ਚੰਨੀ ਸਾਹਿਬ? ਚੰਨੀ ਸਾਹਿਬ, ਤੁਹਾਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਤੁਹਾਡੇ ਭਤੀਜੇ ਜਿਸ ਨੂੰ ਤੁਸੀਂ ਸੀਐਮ ਸਿਕਿਉਰਿਟੀ ਦੇ ਕਮਾਂਡੋ ਦਿੱਤੇ ਹੋਏ ਨੇ, ਜਿਸ ਨੂੰ ਤੁਸੀਂ ਪੰਜਾਬ ਪੁਲਿਸ ਦੀ ਗੱਡੀ ਦਿੱਤੀ ਹੋਈ ਹੈ, ਪਾਇਲਟ ਗੱਡੀਆਂ ਦਿੱਤੀਆਂ ਹੋਈਆਂ ਨੇ, ਜਿਹਨੂੰ ਇੱਕ ਮੰਤਰੀ ਜਿੰਨੀ ਸੁਵਿਧਾ ਦਿੱਤੀ ਹੋਈ ਹੈ ਸਿਰਫ ਇਸ ਲਈ ਕਿਉਂਕਿ ਉਹ ਤੁਹਾਡੇ ਸਾਲੀ ਦਾ ਮੁੰਡਾ ਹੈ, ਤੁਹਾਡਾ ਭਤੀਜਾ ਹੈ। ਉਹਦੀ ਆਪ ਦੀ ਕੋਈ ਕੁਆਲੀਫਿਕੇਸ਼ਨ ਨਹੀਂ ਹੈ, ਸਿਰਫ ਇਹੀ ਕਾਬਲੀਅਤ ਹੈ ਕਿ ਉਹ ਤੁਹਾਡੀ ਸਾਲੀ ਦਾ ਮੁੰਡਾ ਹੈ। ਤੇ ਜਦੋਂ ਉਹਦੇ ਤੇ ਈਡੀ ਦੀ ਰੇਡ ਪਈ, ਇਲੀਗਲ ਸੈਂਡ ਮਾਈਨਿੰਗ ਦੀ ਰੇਡ ਪਈ, ਤਾਂ ਉਹਦੇ ਕੋਲ 10 ਕਰੋੜ ਕੈਸ਼, 54 ਕਰੋੜ ਦੀ ਬੈਂਕ ਐਂਟਰੀਆਂ, 21 ਲੱਖ ਰੁਪਏ ਦਾ ਸੋਨਾ, ਕਰੋੜੋਂ ਦੀਆਂ ਪ੍ਰਾਪਰਟੀ ਦੇ ਕਾਗਜ਼ ਤੇ ਲਗਜ਼ਰੀ ਗੱਡੀਆਂ ਮਿਲੀਆਂ। ਤੁਸੀਂ 111 ਦਿਨ ਸੀਐਮ ਰਹੇ ਤੇ ਜੇ 111 ਦਿਨ ਵਿੱਚ ਤੁਹਾਡੇ ਇੱਕ ਭਤੀਜੇ ਨੇ ਇੱਕ ਸਾਲੀ ਦੇ ਮੁੰਡੇ ਨੇ ਇੰਨੀ ਦੌਲਤ ਕਮਾ ਲਈ ਤੇ ਬਾਕੀ ਕਰਦੇ ਅਲੱਗ-ਅਲੱਗ ਬੰਦਿਆਂ ਨੇ ਕਿੰਨੀ ਦੌਲਤ ਕਮਾਈ ਹੋਣੀ। ਜੇ ਤੁਸੀਂ 5 ਸਾਲ ਰਹਿ ਜਾਂਦੇ ਤਾਂ ਸਾਰਾ ਪਰਿਵਾਰ ਕਿੰਨਾ ਕਮਾ ਲੈਂਦਾ। ਇਹ ਸੋਚ ਕੇ ਵੀ ਪੰਜਾਬ ਦਾ ਇੱਕ ਬੰਦਾ ਹੈਰਾਨ ਹੋ ਜਾਂਦਾ ਹੈ। ਅੱਜ ਪੰਜਾਬ ਦੇ ਲੋਕ ਇਹ ਨਹੀਂ ਜਾਣਨਾ ਚਾਹੁੰਦੇ ਕਿ ਤੁਸੀਂ ਆਪਣੇ ਘਰਵਾਲੀ ਦੇ ਨਾਂ ਤੇ ਪ੍ਰਾਪਰਟੀ ਜਾਂ ਬਿਜ਼ਨਸ ਸ਼ੁਰੂ ਕਰੋਗੇ। ਲੋਕੀ ਇਹ ਜਾਣਨਾ ਚਾਹੁੰਦੇ ਨੇ ਕਿ ਤੁਹਾਡੇ ਭਤੀਜੇ ਦੇ ਕੋਲ 10 ਕਰੋੜ ਕੈਸ਼ ਕਿੱਥੋਂ ਆਏ। ਲੋਕੀ ਇਹ ਜਾਣਨਾ ਚਾਹੁੰਦੇ ਨੇ ਕਿ ਤੁਹਾਡੇ ਭਤੀਜੇ ਕੋਲ 54 ਕਰੋੜ ਦੀਆਂ ਬੈਂਕ ਐਂਟਰੀਆਂ ਕਿੱਥੋਂ ਆਈਆਂ। ਲੋਕੀ ਇਹ ਪੁੱਛ ਰਹੇ ਨੇ ਕਿ ਤੁਹਾਡੇ ਹੋਰ ਕਿੰਨੇ ਭਤੀਜੇ ਨੇ ਜਿਨ੍ਹਾਂ ਨੇ ਇੰਨੀ ਦੌਲਤ ਕਮਾਈ। ਚੰਨੀ ਸਾਹਿਬ, ਤੁਸੀਂ ਕਹਿੰਦੇ ਹੋ ਤੁਸੀਂ ਆਮ ਆਦਮੀ ਹੋ, ਤੁਸੀਂ ਕਹਿੰਦੇ ਹੋ ਕਿ ਮੈਂ ਤਾਂ ਮੰਜੇ ਬੁਣਨ ਵਾਲਾ, ਮੈਂ ਤਾਂ ਟੈਂਟ ਲਾਉਣ ਵਾਲਾ, ਮੈਂ ਤਾਂ ਆਟੋ ਚਲਾਉਂਦਾ ਸੀ। ਮੈਂ ਪੁੱਛਣਾ ਚਾਹੁੰਦਾ ਚੰਨੀ ਸਾਹਿਬ, ਪੰਜਾਬ ਦੇ ਕਿਹੜੇ ਟੈਂਟ ਵਾਲੇ ਦੇ ਕੋਲ 10 ਕਰੋੜ ਰੁਪਏ ਕੈਸ਼ ਨਕਦ ਹੈ? ਕਿਹੜੇ ਆਟੋ ਵਾਲੇ ਦੇ ਕੋਲ 54 ਕਰੋੜ ਦੀਆਂ ਬੈਂਕ ਐਂਟਰੀਆਂ ਹੈ? ਕਿਹੜੇ ਮੰਜੇ ਬੁਣਨ ਵਾਲੇ ਦੇ ਘਰ ਕਰੋੜੋਂ ਦੀਆਂ ਲਗਜ਼ਰੀ ਗੱਡੀਆਂ ਤੇ ਪ੍ਰਾਪਰਟੀ ਦੇ ਕਾਗਜ਼ ਮਿਲਦੇ ਨੇ? ਇਨ ਸਵਾਲਾਂ ਦੇ ਜਵਾਬ ਦਿਓ ਚੰਨੀ ਸਾਹਿਬ। ਪੰਜਾਬ ਦੇ ਲੋਕਾਂ ਨੂੰ ਬੇਵਕੂਫ ਨਾ ਬਣਾਓ ਇਹ ਕਹਿ ਕੇ ਕਿ ਅੱਜ ਤੋਂ ਬਾਅਦ ਮੈਂ ਆਪਣੀ ਘਰਵਾਲੀ ਦੇ ਨਾਤੇ ਕੋਈ ਪ੍ਰਾਪਰਟੀ ਨਹੀਂ ਖਰੀਦਾਂਗਾ, ਕੋਈ ਬਿਜ਼ਨਸ ਨਹੀਂ ਕਰਾਂਗਾ।